गुड मॉर्निंग डियर 10th क्लास बेटा जी ਤੁਹਾਨੂੰ ਪਤਾ ਹੈ ਕਿ ਰੋਜ਼ ਦੀ ਆਪਾਂ ਤੁਹਾਡੀ ਇੱਕ ਕਿਰਿਆ ਕਰ ਰਹੇ ਹਾਂ ਜੋ ਕਿ ਬਹੁਤ ਹੀ ਇੰਪੋਰਟੈਂਟ ਹੈ ਤੁਹਾਡੇ ਫਰਸਟ ਚੈਪਟਰ ਦੀ ਤੁਹਾਡੇ ਟੀਚਰ ਸਾਰਿਆਂ ਨੇ ਜ਼ੂਮ ਐਪਸ ਤੇ ਤੁਹਾਡੇ ਲੈਕਚਰਸ ਸ਼ੁਰੂ ਕਰਤੇ ਹੈ ਤੁਹਾਡਾ ਫਰਸਟ ਜਿਹੜਾ ਲੈਕਚਰ ਹੈ ਉਹ ਚੱਲ ਰਿਹਾ ਹੈ ਅੱਜਕੱਲ ਤੇ ਤੁਸੀਂ ਬੇਟਾ ਜੀ ਉਸ ਨੂੰ ਜਿਹੜਾ ਵਿਸਥਾਪਨ ਕਿਰਿਆ ਹੈ ਉਸ ਨੂੰ ਅੱਜ ਮੈਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੀ ਹਾਂ ਜਿਹੜੇ ਦੋ ਲੈਕਚਰਸ ਇਸ ਤੋਂ ਪਹਿਲੇ ਜੇ ਤੁਸੀਂ ਨਹੀਂ ਵੀ ਦੇਖੇ ਤਾਂ ਉਹ ਮੈਂ ਲਿੰਕਸ ਡਿਸਕ੍ਰਿਪਸ਼ਨ ਬਾਕਸ 'ਚ ਪਾ ਦਿੰਨੀ ਆ ਤੁਸੀਂ ਜਿਹੜਾ ਹੈ ਉਹ ਲਿੰਕ ਜਿਹੜਾ ਹੈ ਦੇਖ ਸਕਦੇ ਹੋ ਬਹੁਤ ਹੀ ਆਸਾਨੀ ਦੇ ਨਾਲ ਔਰ ਇਹਦੇ ਨਾਲ ਤੁਸੀਂ ਜਿਹੜੀਆਂ ਬਾਕੀ ਪਹਿਲੀਆਂ ਕਿਰਿਆਵਾਂ ਹੈ ਉਹਨਾਂ ਨੂੰ ਵੀ ਉਹਨਾਂ ਤੋਂ ਵੀ ਤੁਸੀਂ ਕੀ ਹੋ ਸਕਦੇ ਹੋ ਉਹਨਾਂ ਤੋਂ ਵੀ ਤੁਸੀਂ ਜਾਣੂ ਹੋ ਸਕਦੇ ਹੋ ਠੀਕ ਹੈ ਡੀਅਰ ਸਟੂਡੈਂਟਸ ਤੇ ਅੱਜ ਮੈਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੀ ਹਾਂ ਜੀ ਵਿਸਥਾਪਨ ਕਿਰਿਆ ਜਿਹਨੂੰ ਅਸੀਂ ਕਹਿੰਦੇ ਆ ਡਿਸਪਲੇਸਮੈਂਟ ਰਿਐਕਸ਼ਨ ਕੀ ਕਹਿ ਰਹੇ ਹਾਂ ਜੀ ਡਿਸਪਲੇਸਮੈਂਟ ਰਿਐਕਸ਼ਨ ਲੋੜਿੰਦਾ ਸਮਾਨ ਇਹਦੇ ਲਈ ਸਾਨੂੰ ਚਾਹੀਦਾ ਜੀ ਲੋਹੇ ਦੀਆਂ ਮੇਖਾਂ ਰੇਗਮਾਰ ਪਰਖ ਨਲੀ ਅਤੇ ਕਾਪਰ ਸਲਫੇਟ ਅਤੇ ਧਾਗਾ ਸਭ ਤੋਂ ਪਹਿਲੇ ਤਾਂ ਲੋਹੇ ਦਾ ਜਿਹੜਾ ਸਿੰਬਲ ਹੈ ਯਾਨੀ ਆਇਰਨ ਦਾ ਜਿਹੜਾ ਸਿੰਬਲ ਹੈ ਉਹ ਤੋਂ ਤੁਹਾਨੂੰ ਜਾਣੂ ਕਰਾਨੀ ਆ ਜੀ ਲੋਹੇ ਦਾ ਜਿਹੜਾ ਸਿੰਬਲ ਹੈ ਉਹ Fe ਹੈ ਤੇ ਕਾਪਰ ਸਲਫੇਟ ਦਾ ਫਾਰਮੂਲਾ CuSO4 ਹੈ ठीक है जी ये क्रिया च आपां बेसिकली बेटा डिसप्लेस करते हाँ डिसप्लेस मतलब कि इस क्रिया लई तुसीं बहुत जरूरी एक जिहड़ी चीज़ है उस तो जानू होना है वो है तुहाडी रिएक्टिविटी सीरीज़ ठीक है जी रिएक्टिविटी सीरीज़ के अंडर तुसीं की करोगे जदों तुसीं रिएक्टिविटी सीरीज़ तो जानू होवोगे तां उस दे अंडर ठीक है ना तुसीं उही जिहड़ा कर सकदे हो तुसीं उही ਇਹ ਜਿਹੜੀਆਂ ਕਿਰਿਆਵਾਂ ਰਿਐਕਟਿਵਿਟੀ ਸੀਰੀਜ਼ ਕਰਕੇ ਤੁਹਾਡੇ ਨਾਲ ਜਿਹੜੀਆਂ ਹੈ ਉਹ ਜਾਣੂ ਹੋਣੀਆਂ ਮਤਲਬ ਬਹੁਤ ਈਜ਼ੀ ਹੋ ਜਾਣਗੀਆਂ ਕਿਉਂਕਿ ਤੁਹਾਨੂੰ ਇਹ ਪਤਾ ਲੱਗ ਜਾਏਗਾ ਕਿ ਕਿਹੜਾ ਜਿਹੜਾ ਹੈ ਤੁਹਾਡਾ ਜ਼ਰੂਰੀ ਹੈ ਕਿਹੜੀ ਚੀਜ਼ ਤੁਸੀਂ ਜ਼ਰੂਰੀ ਪੜ੍ਹਨੀ ਹੈ ਠੀਕ ਹੈ ਨਾ ਤੇ ਇਸ ਲਈ ਆਪਾਂ ਸਭ ਤੋਂ ਪਹਿਲੇ ਹੈ ਲੋਹੇ ਦੀਆਂ ਮੇਖਾਂ ਰੇਗਮਾਰ ਪਰਖ ਨਲੀ ਅਤੇ ਕਾਪਰ ਸਲਫੇਟ ਤੁਹਾਨੂੰ ਚਾਹੀਦਾ ਹੈ ਠੀਕ ਹੈ ਜੀ ਲੋਹੇ ਨੂੰ ਬੇਸਿਕਲੀ ਅਸੀਂ ਲੋਹੇ ਦੀਆਂ ਮੇਖਾਂ ਨੂੰ ਕਾਪਰ ਸਲਫੇਟ ਦੇ ਸੋਲੂਸ਼ਨ ਵਿੱਚ ਆ ਦੇਖੋ ਜੀ ਧਾਗੇ ਦੇ ਨਾਲ ਲਟਕਾਤਾ ਇਹ ਅਸੀਂ ਸਟੈਂਡ ਦੇ ਵਿੱਚ ਪਰਖ ਨਲੀ ਨੂੰ ਖੜੇ ਕਰ ਲਿਆ ਔਰ ਆਪਾਂ ਹੌਲੀ ਹੌਲੀ ਕੀ ਆਬਜ਼ਰਵ ਕਰਾਂਗੇ ਬੇਟਾ ਜੀ ਇਸ ਕਿਰਿਆ ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਬਾਕਸ 'ਚ ਪਾ ਦਾਂਗੀ ਜੋ ਇਹ ਕਿਰਿਆ ਤੁਸੀਂ ਦੇਖ ਸਕੋ ਕਿ ਕਿੱਦਾਂ ਹੁੰਦੀ ਹੈ ਠੀਕ ਹੈ ਜੀ ਪਰਖ ਨਲੀ ਦਾ ਜਿਹੜਾ ਧਾਗਾ ਹੈ ਉਸ ਦੇ ਨਾਲ ਆਪਾਂ ਕੀ ਕਰਾਂਗੇ ਜੀ ਕਾਪਰ ਸਲਫੇਟ ਦੇ ਘੋਲ ਤੇ ਲੋਹੇ ਦੀਆਂ ਮੇਖਾਂ ਆ ਦੇਖੋ ਜੀ ਪਾਤੀਆਂ ਨਾ ਲੋਹੇ ਦੀਆਂ ਮੇਖਾਂ और हौली हौली तुसीं देखोगे कि कॉपर सल्फेट का जिहड़ा नीला रंग है वो मतलब जिहड़ा थोड़ा हरे च बदलना शुरू हो गया ये क्रिया इसलिए हुई क्योंकि जिहड़ी रिएक्टिविटी सीरीज़ की मैं तुहाडे नाल गल कर रही हाँ उहदे विच जिहड़ा आयरन है वो कॉपर तो उत्ते है और उसने उसकी जगह तो विस्थापित कर दिता बेटा जी रिएक्टिविटी सीरीज़ याद करन लई मैं एक शॉर्टकट भी बनाया है और वो भी मैं तुहानू नाल सेंड कर दांगी ठीक है जी सब तो पहले क्रिया ते आधारित प्रश्न देखिए पहली क्रिया है विस्थापन क्रिया हुंदी की है जदों कोई वध क्रियाशील तत्त इत्थे वध क्रियाशील तत्त किहड़ा है Fe किसी यौगिक विचों घट क्रियाशील तत्त नू हटा दे अते उस दी थां ते आ जांदा है तां उस क्रिया नू आपां की कहने हां उस क्रिया नू आपां विस्थापन क्रिया कहने हाँ ठीक है जी उस क्रिया नू आपां की कहने हाँ विस्थापन क्रिया कहने हाँ ठीक है बहुत ही इंपॉर्टेंट है ये क्रिया कि जदों एक यौगिक जिहड़ा है दूजे यौगिक नू उस दी जगह तो की करदा है हटा दिंदा है ठीक है जी चलो अगे गल करदे हां कॉपर सल्फेट दा घोल रसायनिक सूत्र उसके घोल का रसायनिक सूत्र दसो और ये तो मैं तुहानू सब तो पहले ही दसिया है कॉपर दे जिहड़ा है रसायनिक सूत्र ये की दसिया है तुहानू मैं जी ये मैं तुहानू दसिया CuSO4 की दसिया जी CuSO4 ठीक है की दसिया जी CuSO4 ए क्यों लिखा है बच्चे बड़े कन्फ्यूज होंगे मैडम कदी S लिखा होंगे कदी L लिखा होंगे बेटा जी S हुंदा सॉलिड L हुंदा लिक्विड E क्यों हुंदा एक्वा स्टेट ठीक है जी ये बारे भी तुहानू असीं जदों तुसीं स्कूलां च आओगे जानू करावांगे कॉपर अते लोहे दे धात विच किहड़ी वध क्रियाशील धात है तो लोहा है जी तुसीं ब्रैकेट च Fe भी लिख सकते हो
ਜਿਹਦੇ ਨਾਲ ਤੁਹਾਨੂੰ ਇਹ ਪਤਾ ਲੱਗੇ ਕਿ ਤੁਹਾਨੂੰ ਫਾਰਮੂਲੇ ਯਾਦ ਹੋਏ। ਦੇਖੋ 3 ਕਿਰਿਆਵਾਂ ਤੁਹਾਨੂੰ ਮੈਂ ਕਰਾਈਆਂ ਹੈ। ਪਹਿਲੇ ਨੰਬਰ ਤੇ ਆਪਾਂ ਮੈਗਨੀਸ਼ੀਅਮ ਦੀ ਕਿਰਿਆ ਕੀਤੀ, ਕੱਲ ਆਪਾਂ ਕਿਹਦੀ ਕਿਰਿਆ ਕੀਤੀ ਜੀ, ਕੱਲ ਆਪਾਂ ਕੀਤੀ ਕਿਰਿਆ ਜਿਹੜੀ ਨੈਕਸਟ ਸੀ ਪਾਣੀ ਦੇ ਬਿਜਲੀ ਅਪਘਟਨ ਦੀ। ਹੁਣ ਜਿਹੜਾ ਆਪਾਂ ਅੱਗੇ ਗੱਲ ਕਰ ਰਹੇ ਹਾਂ ਉਹ ਆਪਾਂ ਗੱਲ ਕਰ ਰਹੇ ਹਾਂ ਵਿਸਥਾਪਨ ਕਿਰਿਆ ਦੀ। ਅੱਛਾ ਜੀ, ਵਿਸਥਾਪਨ ਕਿਰਿਆ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਉਪਯੋਗ ਲਿਖੋ, ਯਾਨੀ ਕਿ ਜਿੱਦਾਂ ਰੋਜ਼ਾਨਾ ਜ਼ਿੰਦਗੀ 'ਚ ਅਸੀਂ ਵਿਸਥਾਪਨ ਕਿਰਿਆ ਦੇ ਨਾਲ ਜਾਣੂ ਹੁੰਦੇ ਹਾਂ, ਇਸ ਦਾ ਆਪਾਂ ਉਪਯੋਗ ਲਿਖਣਾ ਹੈ। ਤਾਂ ਬੇਟਾ ਜੀ ਵਿਸਥਾਪਨ ਕਿਰਿਆ ਇਸ ਦੀ ਵਰਤੋਂ ਥਰਮਾਈਟ ਵੈਲਡਿੰਗ ਵਿੱਚ ਕੀਤੀ ਜਾਂਦੀ ਹੈ, ਕਿ ਜਿਹੜੀ ਵੈਲਡਿੰਗਸ ਹੈ ਉਹਨਾਂ 'ਚ ਇਹਦੇ ਜਿਹੜੀ ਹੈ ਪਰਪਸ ਕੀਤੀ ਜਾਂਦੀ ਹੈ। ਠੀਕ ਹੈ ਜੀ, ਉੱਥੇ ਕੀਤੀ ਜਾਂਦੀ ਹੈ। ਹੁਣ ਜੇ ਆਪਾਂ ਅੱਗੇ ਗੱਲ ਕਰੀਏ ਆਪਾਂ ਕੀ ਕਿਛ ਉਸ ਤੋਂ ਬਾਅਦ ਇਸ ਦੀ ਵਰਤੋਂ ਧਾਤਾਂ ਦੇ ਸ਼ੁੱਧੀਕਰਨ ਲਈ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਜਿਹੜਾ ਹੈ ਉਹ ਧਾਤਾਂ ਦੇ ਸ਼ੁੱਧੀਕਰਨ ਲਈ ਕੀਤੀ ਜਾਂਦੀ ਹੈ। ਤੀਜਾ ਹੈ ਜੀ ਸਟੀਲ ਬਣਾਉਣ ਲਈ ਜਿਹੜਾ ਹੈ ਉਸ 'ਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ, ਉਸ ਵਿੱਚ ਵੀ ਇਸ ਦੀ ਕੀ ਕੀਤੀ ਜਾਂਦੀ ਹੈ, ਵਰਤੋਂ ਕੀਤੀ ਜਾਂਦੀ ਹੈ। ਅੱਗੇ ਗੱਲ ਕਰਾਂਗੇ ਇਹ ਕਿ ਲੋਹੇ ਦੇ ਬਰਤਨ ਵਿੱਚ ਕਾਪਰ ਸਲਫੇਟ ਘੋਲ ਰੱਖਿਆ ਜਾ ਸਕਦਾ ਹੈ। ਦੇਖੋ ਬੇਟਾ ਜੀ ਲੋਹੇ ਦੇ ਬਰਤਨ ਵਿੱਚ ਅਸੀਂ ਕਾਪਰ ਸਲਫੇਟ ਘੋਲ ਕਿਉਂ ਨਹੀਂ ਰੱਖ ਸਕਦੇ ਜਾਂ ਕਿਉਂ ਰੱਖ ਸਕਦੇ ਹਾਂ? ਲੋਹਾ ਕਾਪਰ ਨਾਲੋਂ ਵੱਧ ਕਿਰਿਆਸ਼ੀਲ ਹੋਣ ਕਰਕੇ ਘੋਲ ਵਿੱਚੋਂ ਕਾਪਰ ਨੂੰ ਵਿਸਥਾਪਿਤ ਕਰ ਦਿੰਦਾ ਹੈ। ਜਦੋਂ ਉਹ ਘੋਲ ਵਿੱਚੋਂ ਕਾਪਰ ਨੂੰ ਵਿਸਥਾਪਿਤ ਕਰ ਦਿੰਦਾ ਹੈ, ਇਹ ਕਿਰਿਆ ਤੁਸੀਂ ਯਾਦ ਰੱਖਣੀ ਹੈ ਜੀ। ਹੌਲੀ ਹੌਲੀ ਇਸ ਘੋਲ ਦਾ ਰੰਗ ਨੀਲੇ ਤੋਂ ਕੀ ਹੋ ਜਾਂਦਾ ਜੀ, ਹਰਾ ਹੋ ਜਾਂਦਾ ਹੈ। ਇਸ ਘੋਲ ਦਾ ਰੰਗ ਜਿਹੜਾ ਹੈ ਉਹ ਨੀਲੇ ਤੋਂ ਕੀ ਹੋ ਜਾਂਦਾ ਹੈ ਜੀ, ਹਰਾ ਹੋ ਜਾਂਦਾ ਹੈ। ਔਰ ਇਸ ਕਰਕੇ ਕੀ ਹੁੰਦਾ ਜੀ, ਇਸ ਕਰਕੇ ਜਿਹੜਾ ਹੈ ਆਪਾਂ ਲੋਹਾ ਕਾਪਰ ਦੇ ਨਾਲ ਵੱਧ ਕਿਰਿਆਸ਼ੀਲ ਹੋਣ ਕਰਕੇ ਘੋਲ ਵਿੱਚੋਂ ਕਾਪਰ ਨੂੰ ਕੀ ਕਰ ਦਿੰਦਾ ਜੀ, ਵਿਸਥਾਪਿਤ ਕਰ ਦਿੰਦਾ ਹੈ ਔਰ ਨੀਲਾ ਜਿਹੜਾ ਹੈ ਉਹ ਰੰਗ ਹੋ ਜਾਂਦਾ ਹੈ। ਤੇ ਇਸ ਲਈ ਆਪਾਂ ਕੀ ਕਵਾਂਗੇ ਜੀ, ਕਾਪਰ ਸਲਫੇਟ ਦੀ ਵਰਤੋਂ ਆਪਾਂ ਇਹ ਕਿਰਿਆ ਜ਼ਰੂਰ ਯਾਦ ਕਰਾਂਗੇ। ਠੀਕ ਹੈ ਜੀ, ਜਦੋਂ ਆਪਾਂ ਇਹ ਕਿਰਿਆ ਯਾਦ ਕਰਾਂਗੇ ਤੇ ਇਹਦੇ ਨਾਲ ਸਾਡਾ ਬਹੁਤ ਕੁਝ ਹੋ ਜਾਏਗਾ। ਇਹ ਕਿਰਿਆ ਆਪਾਂ ਕਿੱਦਾਂ ਯਾਦ ਕਰਨੀ ਹੈ, CuSO4 ਯਾਨੀ ਕਾਪਰ ਸਲਫੇਟ ਪਲੱਸ ਆਇਰਨ, ਔਰ ਉਹ ਕੀ ਬਣ ਗਿਆ ਤੁਹਾਡਾ ਆਇਰਨ ਸਲਫੇਟ ਪਲੱਸ ਕਾਪਰ। ਠੀਕ ਹੈ, ਸਾਵਧਾਨੀਆਂ ਇਸ ਕਿਰਿਆ ਲਈ ਅਸੀਂ ਕੀ ਲੈਣੀਆਂ ਕਿ ਜਿਹੜਾ ਕਾਪਰ ਸਲਫੇਟ ਦੀ ਵਰਤੋਂ ਹੈ ਉਹ ਸਪੈਚੂਲਾ ਦੀ ਮਦਦ ਨਾਲ ਹੀ ਕੀਤੀ ਜਾਵੇ। ਕਿ ਜਿਹੜਾ ਕਾਪਰ ਸਲਫੇਟ ਅਸੀਂ ਪਾਇਆ ਸੀ ਨਾ ਤੇ ਟੈਸਟ ਟਿਊਬ ਦੇ ਵਿੱਚ, ਉਹ ਆਪਾਂ ਜਸਟ ਇੱਕ ਜਿਹੜਾ ਹੈ ਉਹ ਆਪਾਂ ਕੀ ਕੀਤਾ ਜਾਏ, ਉਹ ਜਸਟ ਇੱਕ ਸਪੈਚੂਲਾ ਦੇ ਨਾਲ ਹੀ ਪਾਇਆ ਜਾਏ। ਠੀਕ ਹੈ ਨਾ, ਉਹਨੂੰ ਹੱਥ ਨਾਲ ਫੜ ਕੇ ਕਿਸੇ ਨੇ ਨਹੀਂ ਪਾਣਾ, ਬਿਕੋਜ਼ ਇਟ ਇਜ਼ ਵੈਰੀ ਡੇਂਜਰਸ। ਇਹਨੂੰ ਪੰਜਾਬੀ 'ਚ ਆਪਾਂ ਨੀਲਾ ਥੋਥਾ ਕਹਿੰਦੇ ਹਾਂ। ਲੋਹੇ ਦੀਆਂ ਮੇਖਾਂ ਨੂੰ ਜਿਹੜੀ ਹੈ ਉਹ ਜੰਗ ਨਾ ਲੱਗਾ ਹੋਵੇ। ਠੀਕ ਹੈ ਜੀ, ਜਿਹੜੀਆਂ ਲੋਹੇ ਦੀਆਂ ਮੇਖਾਂ ਤੁਸੀਂ ਇਸ ਕਿਰਿਆ ਵਿੱਚ ਵਰਤਣੀਆਂ ਹੈ, ਇਸ ਨੂੰ ਜੰਗ ਨਾ ਲੱਗਾ ਹੋਏ। ਤਾਂ ਬੇਟਾ ਜੀ ਠੀਕ ਹੈ ਜੀ, ਇਦਾਂ ਹੀ ਰੋਜ਼ ਆਪਾਂ ਤੁਹਾਡੀ ਕਿਰਿਆ ਦੇ ਕੁਐਸਚਨ ਆਨਸਰ ਡਿਸਕਸ ਕਰਾਂਗੇ। ਕਿਰਿਆ ਦੀ ਵੀਡੀਓ ਤੁਸੀਂ ਡਿਸਕ੍ਰਿਪਸ਼ਨ ਬਾਕਸ 'ਚ ਦੇਖ ਸਕਦੇ ਹੋ। ਤੇ ਇਦਾਂ ਹੀ ਮੇਰੇ ਨਾਲ ਬਣੋ। ਟਿਲ ਦੈਨ ਗੁੱਡ ਬਾਏ, ਟੇਕ ਕੇਅਰ।